ਪਾਊਡਰ ਫਾਰਮੂਲੇ 'ਚ ਵੀ ਅਸੀਂ ਦੁਨੀਆ ਭਰ ਦੀ ਚੀਜ਼ ਪਾਈ ਹੁੰਦੀ ਹੈ, ਭਾਵੇਂ ਕੱਲਾ ਹੀ ਪਾਊਡਰ ਫਾਰਮੂਲਾ ਸਾਡਾ ਕੰਮ ਕਰਦਾ। ਭਾਵੇਂ ਗੁਰਦਾ ਦਰਦ ਹੋਵੇ, ਭਾਵੇਂ ਐਪੈਂਡਿਸਾਈਟਿਸ ਹੋਵੇ, ਭਾਵੇਂ ਪੱਥਰੀ ਹੋਵੇ, ਸਕਿਨ ਪ੍ਰੋਬਲਮ ਹੋਵੇ, ਪਰ 99% ਜਿਹੜੀ ਸਾਡੀ ਸਪਲਾਈ ਜਾਂਦੀ ਹੈ ਉਹ ਜ਼ਿਆਦਾ ਜਾਂਦੀ ਹੈ ਮਰਦਾਨਾ ਤਾਕਤ ਬਾਰੇ, ਸ਼ੂਗਰ ਬਾਰੇ, ਮੋਟਾਪੇ ਬਾਰੇ, ਕੋਲੈਸਟਰੋਲ ਬਾਰੇ। ਜੇ ਮੈਂ ਤੁਹਾਨੂੰ ਆਪਣਾ ਪਾਊਡਰ ਦਾ ਫਾਰਮੂਲਾ ਭੇਜਿਆ ਤੇ ਉਹ ਦੇਸੀ ਦਵਾਈਆਂ ਹੋਣਗੀਆਂ, ਆਯੁਰਵੈਦਿਕ ਹੋਣ। ਮੋਟਾਪੇ ਬਾਰੇ ਗੱਲ ਕਰੀਏ ਕਿਉਂਕਿ ਮੋਟਾਪਾ 100 ਬਿਮਾਰੀਆਂ ਦੀ ਜੜ। ਕਬਜ਼ ਬਾਰੇ ਗੱਲ ਕਰੀਏ, ਕਬਜ਼ 100 ਬਿਮਾਰੀਆਂ ਦੀ ਜੜ। ਅੰਗਰੇਜ਼ੀ ਦਵਾਈਆਂ ਤੋਂ ਬਚਣਾ ਜਾਂ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਤੋਂ ਬਚਣਾ, ਤੇ ਸ਼ੂਗਰ ਦੀ ਦਵਾਈ ਸਾਡੀ ਦੇਸੀ, ਉਹਦੇ ਨਾਲ ਤੁਸੀਂ ਆਪ ਕੰਟਰੋਲ ਕਰਨੀ ਆਪਣੀ ਡਾਈਟ ਨੂੰ। ਸਾਡੀ ਹਰ ਦਵਾਈ ਨਾਲ ਮਰਦਾਨਾ ਤਾਕਤ ਵੱਲ ਕੁਦਰਤੀ ਇੱਕ ਫਾਇਦਾ ਕਰ ਰਹੀ ਹੈ ਕਿਉਂਕਿ ਇਹਨਾਂ 'ਚ ਉਹ ਯੋਗ ਹੁੰਦੇ ਨੇ। ਕਿੰਨੀਆਂ ਲੇਡੀਜ਼ ਬਰੂਫਨ ਦੀ ਗੋਲੀ 800 ਮਿਲੀਗ੍ਰਾਮ ਦੀ 3 ਵਾਰੀ ਖਾ ਚੁੱਕੇ। ਕਿੰਨੇ ਸਾਈਡ ਇਫੈਕਟ? ਪਹਿਲਾਂ ਤਾਂ ਉਹਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਣਾ, ਦੂਸਰਾ ਉਹਦੇ ਨਾਲ ਕਬਜ਼ ਹੋ ਜਾਣੀ। ਦੋ ਚੀਜ਼ਾਂ ਤੁਸੀਂ ਕਰਨੀਆਂ, ਇੱਕ ਤੇ ਨੁਸਖਾ ਬਣਾਓ और अंग्रेजी दवाइयां तो बचो और शुगर ਨੂੰ परमानेंट कंट्रोल करो। नोट करियो और हुणे लेना चाहिए। नमस्कार, सत श्री अकाल, आदाब। मैं हूं डॉक्टर कुमार। ਕੁਦਰਤੀ ਦੇਸੀ ਜੜੀ ਬੂਟੀਆਂ ਦੇ ਹੈਲਥ ਸੈਂਟਰ 'ਚ ਤੁਹਾਡਾ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਵੈਲਕਮ ਟੂ RK ਹੋਲਿਸਟਿਕ ਹਰਬਲ ਹੈਲਥ ਸੈਂਟਰ। ਪਿਆਰੇ ਦਰਸ਼ਕੋ, ਤੁਸੀਂ ਨੋਟ ਕੀਤਾ ਪਿਛਲੇ ਹਫਤੇ ਸ਼ਾਇਦ ਆਪਾਂ ਸ਼ੂਗਰ ਬਾਰੇ, ਗੋਡਾ ਦਰਦ, ਮੋਢਾ ਦਰਦ, ਆਰਥਰਾਈਟਿਸ ਬਾਰੇ ਸ਼ਾਇਦ ਗੱਲ ਕੀਤੀ ਸੀ, ਜਿਹਦਾ ਬਹੁਤ ਰਿਸਪੌਂਸ ਮਿਲਿਆ। ਮੇਰੇ ਦਿਮਾਗ 'ਚ ਆਇਆ ਕਿ ਅੱਜ ਫਿਰ ਆਪਾਂ ਟੌਪਿਕ ਇਹੀ ਰੱਖੀਏ ਕਿਉਂਕਿ ਇਹ ਐਸੀ ਕਾਮਨ ਬਿਮਾਰੀਆਂ, ਸ਼ੂਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਗਈ, ਕੋਲੈਸਟਰੋਲ ਹੋ ਗਈ, ਆਰਥਰਾਈਟਿਸ ਹੋ ਗਈ, ਸ਼ਿਆਟਿਕਾ ਪ੍ਰੋਬਲਮ ਹੋਈ, ਅਤੇ ਜਿੰਨਾ ਕੁ ਟਾਈਮ ਹੋਇਆ ਆਪਾਂ ਇਹਨਾਂ ਬਿਮਾਰੀਆਂ ਬਾਰੇ ਗੱਲ ਕਰ ਲਾਂਗੇ। ਇਸੇ ਕਰਕੇ ਮੈਂ ਸ਼ੁਰੂ 'ਚ ਦੱਸ ਦਿੱਤਾ। ਅਦਰਵਾਈਜ਼ ਤੁਹਾਨੂੰ ਇੰਨੇ ਲੰਬੇ ਅਰਸੇ ਤੋਂ ਮੇਰੇ ਤੁਸੀਂ ਦੇਖਦੇ ਆ ਰਹੇ ਹੋ ਕਿੰਨੇ ਐਪੀਸੋਡ, ਔਰ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਬਾਰੇ ਅਸੀਂ ਟੀਵੀ 'ਤੇ ਐਪੀਸੋਡ ਨਾ ਕੀਤਾ ਹੋਵੇ। ਭਾਵੇਂ ਅਸੀਂ ਮੋਟਾਪੇ ਬਾਰੇ ਗੱਲ ਕਰੀਏ ਕਿਉਂਕਿ ਮੋਟਾਪਾ 100 ਬਿਮਾਰੀਆਂ ਦੀ ਜੜ। ਕਬਜ਼ ਬਾਰੇ ਗੱਲ ਕਰੀਏ, ਕਬਜ਼ 100 ਬਿਮਾਰੀਆਂ ਦੀ ਜੜ। ਸਟ੍ਰੈਸ ਬਾਰੇ ਗੱਲ ਕਰੀਏ, ਸਟ੍ਰੈਸ 100 ਬਿਮਾਰੀਆਂ ਦੀ ਜੜ। ਔਰ ਇਹਦੇ ਬਾਵਜੂਦ ਹੀ ਅਲਫਾਬੈਟਿਕਲੀ ਕੋਈ ਐਸੀ ਬਿਮਾਰੀ ਨਹੀਂ ਜਿਹਦੇ ਬਾਰੇ ਅਸੀਂ ਡਿਸਕਸ ਨਾ ਕੀਤਾ ਹੋਵੇ। ਮੈਨੂੰ ਹਰ ਵਾਰੀ ਇਸ ਕਰਕੇ ਸ਼ੁਰੂ 'ਚ ਜਾਂ ਵਿੱਚ ਦੱਸਣਾ ਪੈਂਦਾ ਕਿ ਕਈ ਲੋਕ ਕਈ ਵਾਰੀ ਪਹਿਲੀ ਵਾਰੀ ਦੇਖ ਰਹੇ ਹੁੰਦੇ ਆ। ਨੋ ਡਾਊਟ lot of people know me for the last 25-30 years, already watching me on Facebook, YouTube and all the Punjabi channels for a long time. ਕਿੰਨੇ ਲੰਬੇ ਅਰਸੇ ਤੋਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਭਾਵੇਂ ਗੁਰਦਾ ਦਰਦ ਹੋਵੇ, ਭਾਵੇਂ ਐਪੈਂਡਿਸਾਈਟਿਸ ਹੋਵੇ, ਭਾਵੇਂ ਪੱਥਰੀ ਹੋਵੇ, ਸਕਿਨ ਪ੍ਰੋਬਲਮ ਹੋਵੇ, ਪਰ 99% ਜਿਹੜੀ ਸਾਡੀ ਸਪਲਾਈ ਜਾਂਦੀ ਹੈ ਉਹ ਜ਼ਿਆਦਾ ਜਾਂਦੀ ਹੈ ਮਰਦਾਨਾ ਤਾਕਤ ਬਾਰੇ, ਸ਼ੂਗਰ ਬਾਰੇ, ਮੋਟਾਪੇ ਬਾਰੇ, ਕੋਲੈਸਟਰੋਲ ਬਾਰੇ, ਭਾਵੇਂ ਯੂਰਿਕ ਐਸਿਡ ਦੀ ਪ੍ਰੋਬਲਮ ਹੋਵੇ, ਭਾਵੇਂ ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੋਵੇ। ਤੁਸੀਂ ਬਿਮਾਰੀ ਦਾ ਨਾਮ ਲਓ, ਹਰ ਬਿਮਾਰੀ ਦਾ ਇਲਾਜ ਦੇਸੀ, ਨੈਚੁਰਲ, ਵਿਦਾਊਟ ਐਨੀ ਸਾਈਡ ਇਫੈਕਟ। ਔਰ ਆਲ ਯੂ ਹੈਵ ਟੂ ਜਸਟ ਗਿਵ ਮੀ ਅ ਕਾਲ ਐਂਡ ਲੀਵ ਦਾ ਮੈਸੇਜ। ਘਰ ਬੈਠੇ ਦਵਾਈ ਤੁਹਾਨੂੰ ਮਿਲਦੀ, ਭਾਵੇਂ ਤੁਸੀਂ ਅਮਰੀਕਾ ਦੀ ਕਿਸੇ ਸਟੇਟ 'ਚੋਂ, ਭਾਵੇਂ ਕੈਨੇਡਾ ਦੀ ਕਿਸੇ ਸਟੇਟ 'ਚੋਂ, ਭਾਵੇਂ ਆਸਟ੍ਰੇਲੀਆ ਹੋ, ਇੰਗਲੈਂਡ ਹੋ, ਨਿਊਜ਼ੀਲੈਂਡ ਹੋ, ਜਾਪਾਨ ਹੋ, ਹਰ ਕੰਟਰੀ 'ਚ ਸਾਡੀ ਦਵਾਈ ਜਾਂਦੀ ਹੈ। ਕਈ ਕੰਟਰੀ ਦੇ ਨਾਮ ਵੀ ਨਹੀਂ ਕਈ ਵਾਰੀ ਦਿਮਾਗ 'ਚ ਆਉਂਦੇ। ਸੋ ਯੂ ਡੋਂਟ ਹੈਵ ਟੂ ਵਰੀ। ਲੈਟ ਮੀ ਸਟਾਰਟ ਅਬਾਊਟ ਦਾ ਟੋਪਿਕ। ਆਪਾਂ ਫਿਰ ਦੁਬਾਰਾ ਸ਼ੂਗਰ ਤੋਂ ਹੀ ਸਟਾਰਟ ਹੁੰਦੇ ਹਾਂ, ਪਰ ਸਟਾਰਟ 'ਚ ਇੰਨਾ ਜ਼ਰੂਰ ਦੱਸਿਆ ਵੀ ਆਪਾਂ ਸ਼ਿਆਟਿਕਾ ਬਾਰੇ ਗੱਲ ਕਰਾਂਗੇ, ਆਰਥਰਾਈਟਿਸ ਬਾਰੇ, ਗੋਡਾ ਦਰਦ ਬਾਰੇ ਗੱਲ ਕਰਾਂਗੇ, ਸ਼ੂਗਰ ਬਾਰੇ ਕਰਾਂਗੇ। ਔਰ ਦੇਖੋ, ਜੇ ਇੰਨੇ ਲੰਬੇ ਅਰਸੇ ਤੋਂ ਜਿਹੜੇ ਲੋਕ ਮੇਰੇ ਐਪੀਸੋਡ ਵਾਚ ਕਰ ਰਹੇ, ਅਤੇ ਕਈ ਵਾਰੀ ਮੈਨੂੰ ਟਾਈਮ ਮਿਲੇ ਅਤੇ ਕੋਈ ਨਾ ਕੋਈ ਅਸੀਂ ਘਰੇਲੂ ਨੁਸਖਾ ਵੀ ਦੱਸੀਦਾ, ਹੋਮ ਰੈਮਡੀਜ਼ ਵੀ ਦੱਸੀਦੇ। ਅੱਜ ਵੀ ਤੁਹਾਨੂੰ ਸ਼ਿਆਟਿਕਾ ਬਾਰੇ ਜਾਂ ਦਰਦਾਂ ਬਾਰੇ ਜਾਂ ਸ਼ੂਗਰ ਬਾਰੇ ਦੇਸੀ ਦਵਾਈ ਤਾਂ ਅਸੀਂ ਭੇਜਣੀ ਹੈ,
ਉਹਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਕਿੱਦਾਂ ਕੰਟਰੋਲ ਕਰਨਾ, ਕੋਈ ਨਾ ਕੋਈ ਐਸਾ ਘਰੇਲੂ ਨੁਸਖਾ ਜ਼ਰੂਰ ਮੈਂ ਦੱਸਦਾ ਹੁੰਦਾ। ਯਾਦ ਰਿਹਾ ਤੇ ਤੁਹਾਨੂੰ ਨਾਲ ਨਾਲ ਕੋਈ ਨਾ ਕੋਈ ਨੁਸਖਾ ਦੱਸਾਂਗੇ। ਆਪਾਂ ਗੱਲ ਕਰੀਏ ਪਹਿਲਾਂ ਸਟਾਰਟ ਸ਼ੂਗਰ ਬਾਰੇ। ਦੇਖੋ 90% ਲੋਕਾਂ ਨੂੰ ਸ਼ੂਗਰ ਹੈ, ਔਰ ਕੋਈ ਐਸਾ ਨਹੀਂ ਜੇ ਸ਼ੂਗਰ ਸਟਾਰਟ ਹੋਈ ਤੇ ਡਾਕਟਰਸ ਨੇ ਤੁਹਾਨੂੰ ਉਸੇ ਵੇਲੇ ਲਿਖਤੇ ਵੀ ਮੈਟਫੋਰਮਿਨ ਖਾਓ। ਤੁਸੀਂ ਆਪਣੇ ਪ੍ਰਾਇਮਰੀ ਡਾਕਟਰ ਨੂੰ ਜ਼ਰੂਰ ਅਪਰੋਚ ਕਰੋ, ਫਾਲੋ ਅਪ ਕਰੋ। ਕਈ ਵਾਰ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਈ ਬਿਮਾਰੀਆਂ ਹੋ ਜਾਂਦੀਆਂ, ਹਾਰਟ ਅਟੈਕ ਤੱਕ ਹੋ ਜਾਂਦਾ, ਡਾਇਬਟਿਕ ਨਿਊਰੋਪੈਥੀ ਹੋ ਜਾਂਦੀ ਹੈ, ਔਰ ਯੂਰੀਨਰੀ ਟਰੈਕਟ ਇਨਫੈਕਸ਼ਨ ਹੋ ਜਾਂਦੀ ਹੈ, ਸਕਿਨ ਪ੍ਰੋਬਲਮਸ ਹੋ ਜਾਂਦੀਆਂ, ਔਰ ਅੰਦਰੋਂ ਅੰਦਰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਉਹਨਾਂ ਨੂੰ ਸ਼ੂਗਰ ਵੀ ਹੈ। ਜਦੋਂ ਡਾਕਟਰ ਕੋਲ ਟੈਸਟ ਕਰਾਉਂਦੇ ਆ ਤੇ ਡਾਇਗਨੋਸ ਨਿਕਲਦਾ ਤੁਹਾਡਾ A1C ਜ਼ਿਆਦਾ ਆਉਂਦਾ, ਬਲੱਡ ਸ਼ੂਗਰ ਜ਼ਿਆਦਾ ਆਉਂਦੀ। ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦੈਟ ਇਜ਼ ਵਾਈ ਇਟ ਇਜ਼ ਕਾਲਡ ਡਾਇਬਟੀਜ਼ ਇਜ਼ ਅ ਸਾਇਲੈਂਟ ਕਿਲਰ। ਔਰ ਮੇਰੀ ਕੋਸ਼ਿਸ਼ ਸਿਰਫ ਇੰਨੀ ਹੈ ਕਿ ਤੁਹਾਨੂੰ ਅੰਗਰੇਜ਼ੀ ਦਵਾਈ ਸ਼ੁਰੂ ਨਾ ਕਰਨੀ ਪਵੇ। all those people are watching me, they know it that they are taking metformin for 20-30 years, not only metformin, ਸਾਰੀ ਦੁਨੀਆ 500 ਮਿਲੀਗ੍ਰਾਮ ਦੀਆਂ 2 ਗੋਲੀਆਂ ਸਵੇਰੇ 2 ਸ਼ਾਮੀ ਖਾ ਰਹੇ ਆ। ਸਟਾਰਟ 'ਚ ਜ਼ਰੂਰ 500 ਮਿਲੀਗ੍ਰਾਮ ਇੱਕ ਵਾਰੀ ਸ਼ੁਰੂ ਕਰਦੇ, ਫਿਰ 1 ਤੋਂ 2 ਵਾਰੀ, ਫਿਰ 850, ਫਿਰ 1000 ਵਾਲੀ, ਫਿਰ ਦਵਾਈ ਵੱਧਦੀ ਗਈ, ਫਿਰ ਇਨਸੂਲਿਨ ਤੇ ਉਹਦੇ ਨਾਲ ਹਾਈਪਰਟੈਂਸ਼ਨ ਹੋ ਗਈ, ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲਾਈਸਿਨੋਪ੍ਰਿਲ, ਲੋਸਾਰਟਿਨ, ਐਮਲੋਡਿਪਿਨ, ਫਿਰ ਕੋਲੈਸਟਰੋਲ ਦੀਆਂ ਐਟਰੋਵਾਸਟਾਟਿਨ, ਸਿਮੇਵਾਸਟਾਟਿਨ, ਫੈਨੋਫਾਈਬਰੇਟ, ਲਿਪੀਟੋਰ, ਜ਼ੋਕੋਰ, ਕ੍ਰਿਸਟੋਰ। ਇਸ ਕਰਕੇ ਮੈਨੂੰ ਤਾਂ ਨਾਲ ਦੱਸਣਾ ਪੈਂਦਾ ਕਿ ਜਿੰਨੀਆਂ ਦਵਾਈਆਂ ਦੇ ਮੈਂ ਨਾਂ ਲਿੱਤੇ, ਇਹ ਸਾਰੀਆਂ ਦਵਾਈਆਂ ਲਿੰਗ ਤੇ ਸਪਲਾਈ ਨਹੀਂ ਜਾਣ ਦਿੰਦੀਆਂ, ਜਿਹਦੇ ਕਰਕੇ ਸ਼ੂਗਰ ਕਰਕੇ ਤੇ ਸ਼ੂਗਰ ਦੀਆਂ ਅੰਗਰੇਜ਼ੀ ਦਵਾਈਆਂ ਕਰਕੇ, ਬਲੱਡ ਪ੍ਰੈਸ਼ਰ ਕਰਕੇ ਤੇ ਬਲੱਡ ਪ੍ਰੈਸ਼ਰ ਦੀਆਂ ਅੰਗਰੇਜ਼ੀ ਦਵਾਈਆਂ ਕਰਕੇ, ਕੋਲੈਸਟਰੋਲ ਕਰਕੇ ਤੇ ਕੋਲੈਸਟਰੋਲ ਦੀਆਂ ਅੰਗਰੇਜ਼ੀ ਦਵਾਈਆਂ ਕਰਕੇ, ਔਰ ਮੋਟਾਪੇ ਕਰਕੇ, ਸਟ੍ਰੈਸ ਕਰਕੇ, ਏਜ ਨਾਲ ਵੀ ਮਰਦਾਨਾ ਤਾਕਤ ਦੀ ਕਮਜ਼ੋਰੀ ਆਉਂਦੀ। ਪਰ ਅੱਜ ਦਾ ਸਾਡਾ ਟੌਪਿਕ ਨਹੀਂ ਮਰਦਾਨਾ ਤਾਕਤ ਦਾ, ਉਹਦੇ ਲਈ ਤੁਸੀਂ ਸਿਰਫ ਮੈਨੂੰ ਫੋਨ ਕਰੋ, ਤੁਹਾਨੂੰ ਘਰ ਬੈਠੇ ਦਵਾਈ ਮਿਲਦੀ ਹੈ, ਰਿਜ਼ਲਟ ਸ਼ਰਤੀਆ, ਔਰ ਜਿੰਨੀ ਮਰਜ਼ੀ ਉਮਰ ਹੋਵੇ। ਨਹੀਂ ਤੇ ਤੁਸੀਂ 2 ਨੋਟ ਕਰੋ, ਸਾਰੇ ਕਹਿੰਦੇ ਵੀ ਦੇਸੀ ਦਵਾਈ 4-6 ਮਹੀਨੇ ਖਾ ਕੇ ਮਰਦਾਨਾ ਤਾਕਤ ਵਾਪਸ ਆਣੀ। ਅਸੀਂ ਗਾਰੰਟੀ ਨਾਲ ਕਹਿ ਰਹੇ 1 ਮਹੀਨੇ ਦੀ ਦਵਾਈ ਭੇਜੀਏ, ਭਾਵੇਂ ਜਿੰਨੀ ਮਰਜ਼ੀ ਮਰਦਾਨਾ ਤਾਕਤ ਦੀ ਕਮਜ਼ੋਰੀ ਹੋਵੇ, ਸ਼ੂਗਰ ਕਰਕੇ ਭਾਵੇਂ ਹੋਵੇ, ਰਿਜ਼ਲਟ ਨਾਲ ਹੀ। So let's start with the diabetes once again. It is of 2 types, diabetes insipidus, diabetes mellitus। ਜੇ ਮੈਂ ਚਾਹਾਂ ਤੇ ਤੁਹਾਨੂੰ ਜਿਹੜੀ ਅਸੀਂ ਦੇਸੀ ਦਵਾਈ ਭੇਜਦੇ ਹਾਂ, ਸੱਚ ਪੁੱਛੋ ਤੇ ਤੁਹਾਨੂੰ ਅੰਗਰੇਜ਼ੀ ਦਵਾਈ ਨਾਲ ਖਾਣ ਦੀ ਲੋੜ ਨਹੀਂ ਹੁੰਦੀ। ਉੱਥੇ ਮਜ਼ਾ ਆਉਂਦਾ, ਕਿਉਂਕਿ ਇੱਕ ਪੈਥੀ 'ਤੇ ਕੰਮ ਕਰਨਾ ਚਾਹੀਦਾ, ਜਾਂ ਦੇਸੀ ਕਰੋ, ਜਾਂ ਅੰਗਰੇਜ਼ੀ ਕਰੋ, ਜਾਂ ਹੋਮੋਪੈਥੀ ਕਰੋ, ਜਾਂ ਨੈਚੁਰੋਪੈਥੀ ਕਰੋ, ਲੇਕਿਨ ਸਟਾਰਟ 1 at a time। ਉਹਦੇ ਨਾਲ ਤੁਹਾਡਾ ਆਪਣਾ ਸਹਿਯੋਗ ਕੀ ਹੈ, ਐਕਸਰਸਾਈਜ਼ ਤੇ ਡਾਈਟ ਦੀ ਜ਼ਿੰਮੇਵਾਰੀ ਤੁਹਾਡੀ। ਮੈਂ ਸੱਚ ਪੁੱਛੋ ਜੇ ਅੱਜ ਚਾਹਾਂ ਤੇ ਤੁਹਾਨੂੰ ਮੈਂ ਹਜ਼ਾਰਾਂ ਲੱਖਾਂ ਦੀ ਐਗਜ਼ਾਮਪਲ ਦੇ ਸਕਦਾ ਵੀ ਦੇਸੀ ਦਵਾਈ ਖਾ ਕੇ ਸ਼ੂਗਰ ਉਹਨਾਂ ਦੀ ਠੀਕ ਹੈ। ਕਈਆਂ ਦੀ ਇਹ ਵੀ ਨਾਲ ਦਵਾਈ ਖਾਂਦੇ ਕੰਟਰੋਲ ਹੈ। ਬਹੁਤ ਘੱਟ ਐਸੇ ਨੇ ਜਿਹੜੇ ਨਾਲ ਅੰਗਰੇਜ਼ੀ ਖਾਂਦੇ ਰਹਿੰਦੇ, ਫਿਰ ਹੌਲੀ ਹੌਲੀ ਛੱਡ ਦਿੰਦੇ। ਉਹ ਡਿਪੈਂਡ ਕਰਦਾ ਵੀ ਕਿੰਨੀ ਪੁਰਾਣੀ ਡਾਇਬਟੀਜ਼ ਹੈ। ਜਦ ਕਿ ਜੇ ਜਿਹੜੀ ਦਵਾਈ ਮੈਂ ਭੇਜਣੀ ਸਿਰਫ ਉਹਦੇ 'ਤੇ ਲਿਖਿਆ ਹੋਣਾ 2-3 ਚੀਜ਼ਾਂ ਹੁੰਦੀਆਂ। ਸਾਡਾ ਆਪਣਾ ਬਣਾਇਆ ਸ਼ੂਗਰ ਦਾ ਪਾਊਡਰ ਫਾਰਮੂਲਾ ਇੰਨਾ ਪਾਪੂਲਰ ਔਰ ਇੰਨਾ ਅੱਛਾ ਰਿਜ਼ਲਟ ਆ, ਪਰ ਚਿੰਤਾ ਨਾ ਕਰੋ, ਜਿਹੜੇ ਪਾਊਡਰ ਖਾਣ ਤੋਂ ਡਰਦੇ ਹੋਣ ਉਹਨਾਂ ਨੂੰ ਅਸੀਂ ਕੈਪਸੂਲ ਟੈਬਲੇਟ ਫਾਰਮ 'ਚ ਵੀ ਦੇ ਦਈਦੀ ਹੈ। ਇਹ ਡਿਪੈਂਡ ਕਰਦਾ ਕਿ ਤੁਹਾਡੀ ਹਿਸਟਰੀ ਜੋ ਤੁਸੀਂ ਮੈਨੂੰ ਦੱਸਦੇ ਹੋ ਤੁਹਾਡੇ ਲਈ ਕਿਹੜਾ ਫਾਰਮੂਲਾ ਅੱਛਾ ਹੈ। ਪਾਊਡਰ ਫਾਰਮੂਲੇ 'ਚ ਵੀ ਅਸੀਂ ਦੁਨੀਆ ਭਰ ਦੀ ਚੀਜ਼ ਪਾਈ ਹੁੰਦੀ ਹੈ, ਭਾਵੇਂ ਇਕੱਲਾ ਹੀ ਪਾਊਡਰ ਫਾਰਮੂਲਾ ਸਾਡਾ ਕੰਮ ਕਰ ਜਾਂਦਾ। ਪਰ ਤੁਸੀਂ ਨੋਟ ਕੀਤਾ ਕਿ ਕਰੋੜਾਂ ਦੁਨੀਆ ਨੂੰ ਮੇਰੀ ਡਾਇਬਟੀਜ਼ ਦੀ ਮੈਡੀਸਨ ਗਈ, ਉਹਦੇ ਨਾਲ ਵੀ ਕਈ ਵਾਰੀ ਮੈਂ ਪਾਊਡਰ ਦਿੰਦਾ, ਕਈ ਵਾਰੀ ਨਹੀਂ। ਕੈਪਸੂਲ ਟੈਬਲੇਟ ਫਾਰਮ 'ਚ ਵੀ ਨਾਲ ਦਵਾਈ ਹੁੰਦੀ ਹੈ, ਔਰ ਉੱਪਰ ਲਿਖਿਆ ਹੁੰਦਾ ਵੀ ਖਾਣੇ ਤੋਂ ਪਹਿਲਾਂ ਜਿਹੜੀ ਖਾਣੀ ਹੈ, ਖਾਣੇ ਤੋਂ ਬਾਅਦ ਜਿਹੜੀ ਖਾਣੀ ਹੈ। ਔਰ ਅੰਗਰੇਜ਼ੀ ਦਵਾਈ ਕੋਈ ਲੋੜ ਨਹੀਂ ਇੰਨੀਆਂ ਦਵਾਈਆਂ ਖਾਂਦੇ, ਇਨਸੂਲਿਨ ਅਸੀਂ ਛਡਾਤੀ। ਇੱਥੇ ਤੱਕ ਕਿ ਡਾਇਬਟੀਜ਼ ਇਨਸਪਾਈਡਸ ਜਿਹਨੂੰ ਅਸੀਂ ਕਹਿੰਦੇ IDD, ਇਨਸੂਲਿਨ ਡਿਪੈਂਡੈਂਟ ਜਿਹੜੇ ਬੱਚਿਆਂ ਨੂੰ ਹੁੰਦੀ ਹੈ, ਉਹਨਾਂ ਨੂੰ ਵੀ ਅਸੀਂ ਦੇਸੀ ਦਵਾਈ ਨਾਲ ਕੰਟਰੋਲ ਕੀਤਾ। ਇਨਸੂਲਿਨ ਤੋਂ ਜੇ ਬਚਣਾ, ਅੰਗਰੇਜ਼ੀ ਦਵਾਈਆਂ ਤੋਂ ਬਚਣਾ, ਜਾਂ ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਤੋਂ ਬਚਣਾ, ਤੇ ਸ਼ੂਗਰ ਦੀ ਦਵਾਈ ਸਾਡੀ ਦੇਸੀ, ਉਹਦੇ ਨਾਲ ਤੁਸੀਂ ਆਪ ਕੰਟਰੋਲ ਕਰਨੀ ਆਪਣੀ ਡਾਈਟ ਨਾਲ। ਪਿਛਲੇ ਹਫਤੇ ਵੀ ਮੈਂ ਇਹ ਦੱਸਿਆ ਸੀ ਕਿ ਲੋਕ ਵਿਚਾਰੇ ਕਈ ਸਾਲ ਹੋ ਗਏ ਆ ਕੋਈ ਫਲ ਨਹੀਂ ਖਾਂਦੇ, ਤੇ ਮੈਂ ਦੱਸਿਆ ਸੀ ਫਲ ਜ਼ਰੂਰ ਖਾਓ, ਖਾਣੇ ਤੋਂ ਪਹਿਲਾਂ ਖਾਓ, ਬਲਕਿ ਖਾਣੇ ਦੇ ਨਾਲ ਹੀ ਇੱਕ ਪਲੇਟ ਰੱਖੋ। ਜਿਹੜੀ ਮੈਂ ਦੱਸਿਆ ਸੀ ਉਹਦੇ 'ਚ ਰਾ ਫਰੂਟ ਜ਼ਰੂਰ ਅੱਛਾ, ਮੂਲੀ ਹੋਈ, ਗਾਜਰ ਹੋਈ, ਐਵੋਕਾਡੋ ਹੋਇਆ, ਇਹ ਭਾਵੇਂ ਨਾਲ ਖਾਓ। ਤੁਸੀਂ ਐਪਲ ਵੀ ਖਾ ਸਕਦੇ ਹੋ, ਐਸੀ ਗੱਲ ਨਹੀਂ, ਸੰਤਰਾ ਵੀ ਖਾ ਸਕਦੇ ਹੋ। ਫਰੂਟ ਖਾਓ, ਖਾਣੇ ਤੋਂ ਪਹਿਲਾਂ ਖਾ ਲਓ, ਬਲਕਿ ਨਾਲ ਹਰ ਵਾਰੀ ਖਾਓ, ਕਿ ਫਾਈਬਰ ਡਾਈਟ ਜਿਹੜੀ ਹੈ, ਫਰੂਟ ਹਜ਼ਮ ਜਲਦੀ ਹੋ ਜਾਂਦਾ। ਮੇਰੇ ਕੋਲ ਜਿੰਨਾ ਕੁ ਟਾਈਮ ਹੋਇਆ ਆਪਾਂ ਉਹਦੇ ਨਾਲ ਕੋਈ ਨਾ ਕੋਈ ਤੁਹਾਨੂੰ ਸ਼ੂਗਰ ਬਾਰੇ ਨੁਸਖਾ ਵੀ ਦੱਸਾਂਗੇ। ਇਹ ਯਾਦ ਰੱਖਣਾ,
ਜੇ ਮੈਂ ਤੁਹਾਨੂੰ ਆਪਣਾ ਪਾਊਡਰ ਦਾ ਫਾਰਮੂਲਾ ਭੇਜਿਆ ਤੇ ਉਹ ਦੇਸੀ ਦਵਾਈਆਂ ਹੋਣਗੀਆਂ, ਆਯੁਰਵੈਦਿਕ ਹੋਣਗੀਆਂ। ਭਾਵੇਂ ਤੁਹਾਨੂੰ ਆਪਾਂ ਹਜ਼ਾਰਾਂ ਵਾਰੀ ਦੱਸਿਆ ਵੀ ਤੁਸੀਂ ਕਰੇਲਾ ਜੂਸ ਪੀ ਲਓ, ਲੌਕੀ ਜੂਸ ਪੀ ਲਓ। ਇਹ ਜਿਹੜੇ ਨੁਸਖੇ ਜਾਂ ਓੜ ਪੋੜ ਜਾਂ ਅਸੀਂ ਦੱਸੀਦਾ, ਉਹਦਾ ਮਤਲਬ ਸਿਰਫ ਇਹ ਹੁੰਦਾ ਕਿ ਇਹ ਚੀਜ਼ਾਂ ਤੁਸੀਂ ਆਪ ਕਰੋ। ਮੇਰਾ ਖਿਆਲ ਹੈ ਕਿਉਂਕਿ ਇਸ ਤੋਂ ਪਹਿਲਾਂ ਕਿ ਦੂਜਾ ਟੌਪਿਕ ਸ਼ੁਰੂ ਕਰੀਏ, ਤੁਹਾਨੂੰ ਕੋਈ ਸ਼ੂਗਰ ਦਾ ਘਰੇਲੂ ਨੁਸਖਾ ਪਹਿਲਾਂ ਦੱਸ ਦੇਵਾਂ, ਡਿਪੈਂਡ ਕਰਦਾ ਆਪਣੇ ਕੋਲ ਕਿੰਨਾ ਟਾਈਮ ਹੈ। ਘਰੇਲੂ ਨੁਸਖਾ ਨੋਟ ਕਰੋ, ਮੈਂ ਖੈਰ ਅੱਗੇ ਵੀ ਕਈ ਵਾਰੀ ਦੱਸ ਚੁੱਕਾ। ਜਿਨ੍ਹਾਂ ਨੂੰ ਡਾਇਬਟੀਜ਼ ਹੈ, ਜਿਨ੍ਹਾਂ ਨੂੰ ਸ਼ੂਗਰ ਹੈ, ਜਿਨ੍ਹਾਂ ਨੇ ਇਨਸੂਲਿਨ ਜਾਂ ਦੇਸੀ ਔਰ ਅੰਗਰੇਜ਼ੀ ਦਵਾਈਆਂ ਤੋਂ ਬਚਣਾ ਹੈ, ਸਦਾ ਵਾਸਤੇ ਪਰਮਾਨੈਂਟ ਠੀਕ ਕਰਨੀ ਹੈ, ਤੇ ਨੁਸਖਾ ਨੋਟ ਕਰੋ, ਸੁਣਨ ਲਈ ਹਾਜ਼ਰ ਕਰੋ। ਮੈਂ ਦੱਸਦਾ 2 ਮਿੰਟ ਦੇ ਵਿੱਚ। 3 ਚੀਜ਼ਾਂ ਲੈਣੀਆਂ ਤੁਸੀਂ। 3 ਚੀਜ਼ਾਂ 'ਚ ਨੰਬਰ 1 ਇੰਦਰ ਜੌਂ, ਨੰਬਰ 2 ਕਾਲੇ ਚਨੇ, ਨੰਬਰ 3 ਬਦਾਮ। ਇੰਦਰ ਜੌਂ, ਕਾਲੇ ਚਨੇ, ਬਦਾਮ, ਇਹ ਤੁਸੀਂ ਇਕੱਠੇ ਕਰ ਲੈਣੀਆਂ। ਤਿੰਨੇ ਚੀਜ਼ਾਂ ਇਕੁਅਲ ਕੁਆਂਟਿਟੀ 'ਚ, ਸਮਾਨ ਮਾਤਰਾ 'ਚ, ਭਾਵੇਂ ਇੱਕ ਬਾਉਲ ਭਰ ਕੇ ਤੁਸੀਂ ਰੱਖ ਲਓ ਔਰ ਇੱਕੋ ਵਾਰੀ ਬਣਾ ਲਓ। ਜਿੰਨਾ ਤੁਸੀਂ ਜ਼ਿਆਦਾ ਬਣਾ ਲਓ ਉਹ ਘੱਟ ਤੋਂ ਘੱਟ ਮਹੀਨਾ ਚੱਲ ਜਾਏ, ਬੇਸ਼ੱਕ ਭਾਵੇਂ ਜ਼ਿਆਦਾ ਚੱਲ ਜਾਏ। ਕਰਨਾ ਕੀ ਆਪਾਂ, ਇੰਦਰ ਜੌਂ ਇੱਕ ਐਸੀ ਚੀਜ਼ ਹੈ, ਆਮ ਪੰਸਾਰੀਆਂ ਤੋਂ ਮਿਲ ਜਾਂਦੀ ਹੈ। ਜੇ ਪੰਸਾਰੀ ਤੋਂ ਨਾ ਮਿਲੇ, ਔਨਲਾਈਨ ਤੋਂ ਵੀ ਆਰਡਰ ਕਰ ਸਕਦੇ ਹੋ। ਇੰਦਰ ਜੌਂ ਇੱਕ ਤੁਸੀਂ ਭਾਵੇਂ ਮਿਕਸੀ 'ਚ, ਭਾਵੇਂ ਗ੍ਰਾਈਂਡਰ 'ਚ, ਕਿਸੇ 'ਚ ਵੀ ਤੁਸੀਂ ਮਿਕਸ ਕਰਨੀ ਹੋਵੇ, ਇੱਕ ਭਾਵੇਂ ਆਮ ਸਟੈਂਡਰਡ ਸਾਈਜ਼ ਦਾ ਤੁਸੀਂ ਬਾਉਲ ਟਾਈਪ ਜਿਹਦੇ 'ਚ ਆਪਾਂ ਗ੍ਰਾਈਂਡ ਕਰਨੀ ਹੈ, ਇੰਦਰ ਜੌਂ ਇੱਕ ਕੌਲੀ ਜਦੋਂ ਪਹਿਲਾਂ ਜਿੰਨੀ ਮਾਤਰਾ 'ਚ ਰੱਖੀ ਇੱਕ ਬਾਉਲ ਦੇ ਵਿੱਚ, ਪਹਿਲਾਂ ਸਭ ਤੋਂ ਪਹਿਲਾਂ ਇੰਦਰ ਜੌਂ ਪੀਸਣਾ। ਉਹਨੂੰ ਤੁਸੀਂ ਮਿਕਸੀ 'ਚ ਜਾਂ ਗ੍ਰਾਈਂਡਰ 'ਚ ਪਾ ਕੇ ਪੀਸ ਲਓ, ਚੰਗੀ ਤਰ੍ਹਾਂ ਗ੍ਰਾਈਂਡਰ ਪੀਸ ਲਓ ਔਰ ਫਿਰ ਉਹ ਪਾਊਡਰ ਬਣ ਜਾਏਗਾ। ਉਹਨੂੰ ਦੁਬਾਰਾ ਫਿਰ ਇੱਕ ਬਾਉਲ 'ਚ ਰੱਖ ਲਓ, ਭਾਵੇਂ ਕੋਈ ਪਲੇਟ ਲੈ ਲਓ, ਬਾਉਲ ਲੈ ਲਓ, ਕੌਲੀ ਲੈ ਲਓ, ਪਤੀਲਾ ਲੈ ਲਓ, ਜਿੰਨੀ ਕੁਆਂਟਿਟੀ ਤੁਸੀਂ ਮਤਲਬ ਰੱਖੀਆਂ। ਤਿੰਨੇ ਚੀਜ਼ਾਂ ਆਪਾਂ ਇਕੁਅਲ ਅਮਾਊਂਟ 'ਚ ਯਾਦ ਰੱਖਣਾ। ਪਹਿਲਾਂ ਇੰਦਰ ਜੌਂ ਪੀਸ ਲਏ, ਪਾਊਡਰ ਛਾਣ ਕੇ ਇੱਕ ਪਾਸੇ ਕਰ ਲਿਆ। ਨੰਬਰ 2 ਕਾਲੇ ਚਨੇ, ਜਿਹੜੇ ਲੱਖਾਂ ਐਪੀਸੋਡ 'ਚ ਮੈਂ ਦੱਸ ਸਕਿਆ ਕਿ ਕਾਲੇ ਚਨੇ ਘੋੜਿਆਂ ਦੀ ਖੁਰਾਕ ਹੈ, ਮਰਦਾਨਾ ਤਾਕਤ ਲਈ ਵੀ ਠੀਕ। ਔਰ ਇਹਦੇ ਨਾਲ ਮੈਂ ਇਹ ਯਾਦ ਕਰਾਦਾ ਤੁਹਾਨੂੰ, ਮੇਰੀ ਦਵਾਈ ਦੇਸੀ ਹੋਏਗੀ, ਭਾਵੇਂ ਮੈਂ ਸ਼ੂਗਰ ਦੀ ਭੇਜਾਂ, ਬਲੱਡ ਪ੍ਰੈਸ਼ਰ ਦੀ ਭੇਜਾਂ, ਕੋਲੈਸਟਰੋਲ ਦੀ ਭੇਜਾਂ, ਮੋਟਾਪੇ ਦੀ ਭੇਜਾਂ, ਸਾਡੀ ਹਰ ਦਵਾਈ ਨਾਲ ਮਰਦਾਨਾ ਤਾਕਤ ਵੱਲ ਕੁਦਰਤੀ ਇੱਕ ਫਾਇਦਾ ਕਰ ਰਹੀ ਹੁੰਦੀ ਹੈ, ਕਿਉਂਕਿ ਇਹਨਾਂ 'ਚ ਉਹ ਯੋਗ ਹੁੰਦੇ ਨੇ। ਔਰ ਦਿਸ ਇਜ਼ ਬੈਡ ਥਿੰਗ ਅਬਾਊਟ ਐਲੋਪੈਥੀ, ਕਿ ਐਲੋਪੈਥੀ ਦੀ ਦਵਾਈ ਜੇ ਤੁਸੀਂ ਸ਼ੂਗਰ ਦੀ ਖਾ ਰਹੇ ਹੋ, ਬਲੱਡ ਪ੍ਰੈਸ਼ਰ ਦੀ ਖਾ ਰਹੇ ਹੋ, ਕੋਲੈਸਟਰੋਲ ਦੀ ਖਾ ਰਹੇ ਹੋ, ਮੋਟਾਪੇ ਦੀ ਖਾ ਰਹੇ ਹੋ, ਸਟ੍ਰੈਸ ਦੀ ਖਾ ਰਹੇ ਹੋ, ਉਹਨਾਂ ਨਾਲ ਮਰਦਾਨਾ ਤਾਕਤ ਕਮਜ਼ੋਰੀ ਆਉਂਦੀ ਹੈ। ਇਹ ਕੁਦਰਤੀ ਸਾਈਡ ਇਫੈਕਟ ਹੈ, ਜਿਹੜਾ ਕਿ ਆਯੁਰਵੈਦਿਕ 'ਚ ਉਲਟ ਹੈ। ਜਿੱਦਾਂ ਹੁਣੇ ਹੀ ਤੁਹਾਨੂੰ ਮੈਂ ਦੱਸ ਰਿਹਾ ਕਿ ਦੇਸੀ ਨੁਸਖਾ ਭਾਵੇਂ ਉਹਦੇ 'ਚ ਆਪਾਂ ਕਾਲੇ ਚਨੇ ਪਾਈਏ, ਉਹ ਵੀ ਮਰਦਾਨਾ ਤਾਕਤ ਲਈ ਵੀ ਅੱਛੇ ਹੈ, ਸ਼ੂਗਰ ਲਈ ਵੀ ਅੱਛੇ ਹੈ, ਕਿਉਂਕਿ ਕਾਲੇ ਚਨਿਆਂ ਦੇ ਵਿੱਚ ਵੀ ਪ੍ਰੋਟੀਨਸ ਹੈ, ਫਾਈਬਰ ਹੈ, ਨਿਊਟਰੀਐਂਟਸ ਹੈ, ਮਿਨਰਲਸ ਹੈ। ਲਓ ਜੀ, ਨੰਬਰ 2 ਆਪਾਂ ਕਾਲੇ ਚਨੇ, ਭਾਵੇਂ ਤੁਸੀਂ ਛਿੱਲੜ ਵਾਲੇ ਲੈ ਲਓ, ਭਾਵੇਂ ਬਿਨਾਂ ਛਿਲਕੇ ਤੇ ਲੈ ਲਓ, ਦੋਨੇ ਚੰਗੇ ਆ। ਛਿੱਲੜ ਵਾਲੇ ਵੀ ਠੀਕ ਹੈ ਕਿਉਂਕਿ ਉਹਦੇ 'ਚ ਵੀ ਫਾਈਬਰ ਜ਼ਿਆਦਾ ਆ ਜਾਂਦੀ। ਉਹਨੂੰ ਵੀ ਓਨੀ ਮਾਤਰਾ 'ਚ ਜਿੰਨੇ 'ਚ ਇੰਦਰ ਜੌਂ ਲਏ, ਮਿਕਸੀ 'ਚ ਗ੍ਰਾਈਂਡਰ 'ਚ ਪੀਸ ਲਓ। ਇਹ ਵੀ ਜਦੋਂ ਚੰਗੀ ਤਰ੍ਹਾਂ ਇਹਦਾ ਪਾਊਡਰ ਬਣ ਗਿਆ, ਉਸੇ ਤਰ੍ਹਾਂ ਹੀ ਉਹ ਇੱਕ ਬਾਉਲ ਦੇ ਵਿੱਚ, ਜਿਹਦੇ 'ਚ ਆਪਾਂ ਪਹਿਲਾਂ ਇੰਦਰ ਜੌਂ ਪਾਏ ਸੀ, ਉਸੇ ਬਾਉਲ ਦੇ ਵਿੱਚ ਇਹ ਪਾਊਡਰ ਪਾ ਕੇ ਮਿਕਸ ਕਰ ਦਿਓ। 2 ਚੀਜ਼ਾਂ ਹੋ ਗਈਆਂ, ਪਹਿਲਾਂ ਇੰਦਰ ਜੌਂ, ਦੂਸਰਾ ਕਾਲੇ ਚਨੇ, ਤੀਸਰੀ ਵਾਰੀ ਆ ਗਈ ਬਦਾਮਾਂ ਦੀ। ਬਦਾਮ ਵੀ ਓਨੀ ਮਾਤਰਾ 'ਚ ਹੀ ਲੈਣੇ ਹੈ, ਲੇਕਿਨ ਇਹ ਸਭ ਤੋਂ ਅਖੀਰ 'ਚ ਪੀਸਣੇ ਨੇ। 2 ਕਾਰਨ ਨੇ ਕਿ ਇਹਨਾਂ ਦੇ ਵਿੱਚ ਜਦੋਂ ਆਪਾਂ ਪੀਸਣੇ ਤੇ ਥੋੜ੍ਹਾ ਜਿਹਾ ਸਲਾਬਾ ਜਿਹਾ ਆ ਜਾਂਦਾ, ਆਇਲੀ ਹੁੰਦੇ ਆ, ਤਾਂ ਕਿ ਮਿਕਸੀ ਨੂੰ ਲੱਗ ਨਾ ਜਾਏ ਜਾਂ ਦੂਸਰੇ ਪਾਊਡਰ ਦੇ ਵਿੱਚ ਉਹਦਾ ਕੋਈ ਮਿਕਸ ਨਾ ਹੋ ਜਾਏ, ਉਹਦਾ ਅਸਰ ਮਤਲਬ ਦੂਜੀ ਚੀਜ਼ ਜਿਹੜੀ ਗ੍ਰਾਈਂਡ ਚੰਗੀ ਤਰ੍ਹਾਂ ਨਹੀਂ ਹੁੰਦੀ, ਜਿਹਦੇ ਕਰਕੇ ਆਪਾਂ ਬਦਾਮਾਂ ਨੂੰ ਸਭ ਤੋਂ ਬਾਅਦ 'ਚ ਗ੍ਰਾਈਂਡ ਕਰਨਾ। ਔਰ ਸਾਰੇ ਬਦਾਮ ਇਕੱਠੇ ਨਹੀਂ ਪਾਣੇ ਕਿਉਂਕਿ ਇਹ ਥੋੜ੍ਹਾ ਆਇਲ ਛੱਡਦੇ ਆ। ਇਹਨੂੰ ਅੱਧਾ ਕਰਕੇ 2 ਵਾਰੀ ਕਰਕੇ ਜਾਂ 3 ਵਾਰੀ ਕਰਕੇ ਥੋੜ੍ਹੇ ਕਰਕੇ ਗ੍ਰਾਈਂਡ ਕਰਕੇ, ਜਦੋਂ ਸੇਮ ਮਾਤਰਾ ਦੀ ਬਾਉਲ ਦੇ ਵਿੱਚ ਉਨੀ ਕੁਆਂਟਿਟੀ ਦੇ ਵਿੱਚ ਆਪਣੇ ਗ੍ਰਾਈਂਡਰ ਇਹ ਪਾਊਡਰ ਬਣ ਗਿਆ। ਤੁਸੀਂ ਨੋਟ ਕਰੋ, ਜਦੋਂ ਬਦਾਮ ਪੀਸ ਕੇ ਪਾਊਡਰ ਬਣਨਾ, ਇਹ ਥੋੜ੍ਹਾ ਜਿਹਾ ਆਇਲੀ ਹੁੰਦਾ, ਪਰ ਇਹਨਾਂ ਨੂੰ ਮਿਕਸ ਚੰਗੀ ਤਰ੍ਹਾਂ ਕਰਨਾ। ਤਿੰਨੇ ਚੀਜ਼ਾਂ ਨੂੰ ਇੱਕੋ ਭਾਂਡੇ 'ਚ ਪਾਊਡਰ ਨੂੰ ਮਿਕਸ ਕਰਕੇ ਸਮਝੋ ਤੁਹਾਡਾ ਸ਼ੂਗਰ ਦਾ ਨੁਸਖਾ ਤਿਆਰ ਹੋ ਗਿਆ। ਸੋ ਪਿਆਰੇ ਦਰਸ਼ਕੋ, ਕਿਉਂਕਿ ਆਪਾਂ ਸ਼ੂਗਰ ਦੀ ਗੱਲ ਕੀਤੀ, ਸਾਡੀ ਦਵਾਈ ਅਲੱਗ ਹੋਣੀ ਹੈ। ਇਹ ਨੁਸਖਾ ਤੁਹਾਨੂੰ ਘਰੇਲੂ ਦੱਸਿਆ। 2 ਚੀਜ਼ਾਂ ਤੁਸੀਂ ਕਰਨੀਆਂ, ਇੱਕ ਤਾਂ ਇਹ ਨੁਸਖਾ ਬਣਾਓ ਔਰ ਅੰਗਰੇਜ਼ੀ ਦਵਾਈਆਂ ਤੋਂ ਬਚੋ ਔਰ ਸ਼ੂਗਰ ਨੂੰ ਪਰਮਾਨੈਂਟ ਕੰਟਰੋਲ ਕਰੋ। ਨੋਟ ਕਰਿਓ। ਔਰ ਹੁਣੇ ਲੈਣਾ ਕਿੱਦਾਂ, ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ 1 ਚਮਚਾ ਇਹ ਪਾਊਡਰ ਦਾ। ਉਸ ਤਰ੍ਹਾਂ ਵੀ ਤੁਹਾਨੂੰ ਸਵਾਦ ਲੱਗੇਗਾ, ਕਿਉਂ, ਵਿੱਚ ਕਾਲੇ ਚਨੇ ਵੀ ਹੈ,
ਵਿੱਚ ਬਦਾਮਾਂ ਦਾ ਪਾਊਡਰ ਵੀ ਹੈ ਔਰ ਇੰਦਰਜੌਂ ਵੀ ਹੈ। 1 ਚਮਚਾ ਫਰੈਸ਼ ਵਾਟਰ ਨਾਲ, ਭਾਵੇਂ ਤੁਸੀਂ ਕੋਸੇ ਪਾਣੀ ਨਾਲ ਲੈ ਸਕਦੇ, ਖਾਲੀ ਪੇਟ ਰੋਜ਼ ਸਵੇਰੇ ਉੱਠ ਕੇ ਇਹ ਖਾਓ। 1 ਮਹੀਨਾ ਲਗਾਤਾਰ ਖਾ ਕੇ ਦੇਖ ਲਓ। 4 ਤੋਂ 6 ਹਫ਼ਤੇ 8 ਹਫ਼ਤੇ ਦੇ ਵਿੱਚ ਕਈ ਵਾਰੀ ਇਹੋ ਜਿਹੇ ਨੁਸਖਿਆਂ ਨਾਲ ਮੈਂ ਕਈਆਂ ਦੀ ਸ਼ੂਗਰ ਕੰਟਰੋਲ ਕੀਤੀ, ਅਲੋਂਗ ਵਿਦ ਅਸੀਂ ਆਪਣੀ ਜਿਹੜੀ ਦੇਸੀ ਦਵਾਈ ਭੇਜੀ। ਸਾਡਾ ਜਿਹੜਾ ਪਾਊਡਰ ਦਾ ਫਾਰਮੂਲਾ ਹੋਏਗਾ ਉਹ ਡਿਫਰੈਂਟ ਹੋਏਗਾ, ਉਹਦੇ 'ਚ ਸਾਰੇ ਆਯੁਰਵੈਦਿਕ ਇਨਗਰੈਡੀਐਂਟਸ ਹੋਣਗੇ, ਉਹ ਦੇਸੀ ਦਵਾਈਆਂ ਹੁੰਦੀਆਂ। ਇਸੇ ਤਰ੍ਹਾਂ ਹੀ ਇਹ ਤਾਂ ਗੱਲ ਕੀਤੀ ਆਪਾਂ ਸ਼ੂਗਰ ਦੀ। ਸੋ ਪਿਆਰੇ ਦਰਸ਼ਕੋ, ਕਿਸੇ ਨੂੰ ਸ਼ੂਗਰ ਦੀ ਠੀਕ ਨਾ ਹੁੰਦੀ ਹੋਵੇ, ਕਿਉਂਕਿ ਡਾਇਬਟੀਜ਼ ਇਜ਼ ਏ ਸਾਇਲੈਂਟ ਕਿਲਰ। ਜੇ ਸ਼ੂਗਰ ਹੋ ਗਈ, ਬਲੱਡ ਪ੍ਰੈਸ਼ਰ ਹੋ ਜਾਣਾ, ਕੋਲੈਸਟਰੋਲ ਹੋ ਜਾਣਾ, ਹਾਰਟ ਅਟੈਕ ਦੇ ਚਾਂਸਿਸ ਹੈ, ਡਾਇਬਟਿਕ ਨਿਊਰੋਪੈਥੀ, ਹੱਡੀਆਂ ਖੁਰ ਜਾਂਦੀਆਂ, ਆਰਥਰਾਈਟਸ ਵੀ ਹੋ ਜਾਂਦੀ, ਥਾਇਰਾਇਡ ਪ੍ਰੋਬਲਮ ਵੀ ਆ ਜਾਂਦੀ ਹੈ, ਫਿਰ ਨਾਲ ਮਰਦਾਨਾ ਤਾਕਤ ਜ਼ੀਰੋ। ਦੈਟਸ ਵਾਈ ਮੈਂ ਇਸ ਹਫ਼ਤੇ ਫਿਰ ਦੁਬਾਰਾ ਸ਼ੂਗਰ ਬਾਰੇ, ਤੇ ਹੁਣ ਆਪਾਂ ਨੂੰ ਦੇਖਣਾ ਵੀ ਕਿੰਨਾ ਟਾਈਮ ਰਹਿ ਗਿਆ ਕਿ ਆਪਾਂ ਫਿਰ ਆਰਥਰਾਈਟਸ ਬਾਰੇ ਜਾਂ ਸ਼ਿਆਟਿਕਾ ਬਾਰੇ ਗੱਲ ਕਰਾਂਗੇ। ਦੇਖੋ, ਇਹ ਹੈਗੀਆਂ ਕਾਮਨ ਬਿਮਾਰੀਆਂ। ਤੁਸੀਂ ਫਿਕਰ ਨਾ ਕਰਨਾ, ਸਿਰਫ ਮੇਰਾ ਨੰਬਰ ਸਕਰੀਨ ਤੇ ਲਗਾਤਾਰ ਆ ਰਿਹਾ, ਕਾਲ ਕਰਕੇ ਮੈਨੂੰ ਦੱਸਣਾ ਕਿ ਮੇਰੀ ਕੋਸ਼ਿਸ਼ ਹੁੰਦੀ ਐਟ ਏ ਟਾਈਮ ਇੱਕ ਬਿਮਾਰੀ ਨੂੰ ਫੜੀਏ। ਅਸੀਂ ਬਿਮਾਰੀ ਹਰ ਇੱਕ ਦਾ ਇਲਾਜ ਕਰਦੇ ਹਾਂ, ਜਿੰਨਾ ਕਿ ਤੁਸੀਂ ਖਾ ਸਕਦੇ ਜਾਂ ਅਫੋਰਡ ਕਰ ਸਕਦੇ, ਉਸ ਹਿਸਾਬ ਨਾਲ ਤੁਹਾਡਾ ਫਾਇਦਾ ਦੇਖਣਾ ਹੁੰਦਾ। ਲੈਟਸ ਕਮ ਟੂ ਸ਼ਿਆਟਿਕਾ। ਇੱਕ ਸ਼ਿਆਟਿਕਾ ਬੜੀ ਕਾਮਨ ਹੋ ਗਈ ਹੈ। ਪੁਰਾਣੇ ਜ਼ਮਾਨੇ 'ਚ ਸੋਚਦੇ ਸੀ ਵੀ ਜੀ ਸ਼ਿਆਟਿਕਾ ਜਿਹੜੀ ਹੈ ਬੁਢਾਪੇ 'ਚ ਹੁੰਦੀ ਹੈ, ਜਦੋਂ ਬੰਦਾ 40-50 ਸਾਲ ਦਾ ਹੋ ਜੇ, ਹੱਡੀਆਂ ਕਮਜ਼ੋਰ ਹੋ ਗਈਆਂ, ਨਾੜਾਂ ਕਮਜ਼ੋਰ ਹੋ ਗਈਆਂ, ਵਾਤਜ ਵਿਆਧੀ ਹੈ। ਆਯੁਰਵੇਦ ਦਾ ਸਿਧਾਂਤ ਹੈ ਵਾਤ ਪਿੱਤ ਕਫ, ਜਦੋਂ ਸਰੀਰ 'ਚ ਵਾਯੂ ਵੱਧ ਜਾਂਦੀ ਹੈ ਸ਼ਿਆਟਿਕਾ ਦੇ ਚਾਂਸਿਸ ਹੁੰਦੇ। ਸ਼ਿਆਟਿਕਾ ਹੈ ਕੀ ਹੈ? ਇਹ ਚੂਲੇ ਦੇ ਤੋਂ ਸ਼ੁਰੂ ਹੁੰਦੀ ਹੈ, L4 L5 ਤੋਂ, ਤੇ ਗਲੂਟਸ ਮੈਕਸਿਮਮ ਚਿੱਤੜਾਂ ਕੋਲ ਜਿਹਨੂੰ ਕਹਿੰਦੇ ਆ, ਚੂਲਿਆਂ ਦੇ ਕੋਲੋਂ ਸ਼ੁਰੂ ਹੋ ਕੇ ਪਿੱਛੇ ਵੈਂਟਰਲ ਸਾਈਡ, ਪੱਟ ਤੋਂ, ਫਿਰ ਲੱਤ ਤੇ, ਫਿਰ ਗਿੱਟਿਆਂ ਤੋਂ, ਫਿਰ ਚੀਚੀ ਤੱਕ ਜਾਂਦੀ। ਸ਼ਿਆਟਿਕਾ ਨੂੰ ਮੈਂ ਹਮੇਸ਼ਾ, ਤੁਸੀਂ ਜੇ ਅੰਗਰੇਜ਼ੀ 'ਚ ਸੁਣਿਆ ਹੋਵੇ ਤਾਂ ਇਹੀ ਦੱਸਿਆ ਕਿ ਸ਼ਿਆਟਿਕਾ ਇਜ਼ ਦਾ thickest, strongest and the longest nerve in the body, starts from the gluteus maximus and goes to the little finger, little toe। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਲੰਬਰ ਵਰਟੀਬਰਾ L4 L5 L3 ਤੇ ਚੂਲੇ ਦੇ ਤੋਂ ਨਿਕਲਦੀ ਹੋਈ ਪੱਟ ਦੇ ਪਿੱਛੋਂ ਸਾਰੀ ਲੱਤ ਦੇ ਵਿੱਚ ਇਹ ਐਡੀ ਮੋਟੀ ਨਾੜ ਹੈ। ਇਹ ਸ਼ਿਆਟਿਕਾ ਦੀ ਦਰਦ ਨੂੰ ਆਪਾਂ ਪੰਜਾਬੀ 'ਚ ਰੀਹ ਦੀ ਦਰਦ ਵੀ ਕਹਿ ਦਿੰਦੇ ਹਾਂ। ਹੁੰਦੀ ਕਿਉਂ ਹੈ ਕਿ ਕਿਸੇ ਵੇਲੇ ਸ਼ਿਆਟਿਕਾ ਕੰਪਰੈਸ ਹੋ ਜਾਂਦੀ, ਕਈ ਵਾਰੀ ਡਰਾਈਵਿੰਗ ਕਰਕੇ ਵੀ ਡਿਊ ਟੂ ਦਾ ਲੌਂਗ ਸਿਟਿੰਗ ਅਚਾਨਕ ਕੰਪਰੈਸ ਹੋ ਜਾਂਦੀ ਹੈ। ਜਿਹਨੂੰ ਸ਼ਿਆਟਿਕਾ ਦਰਦ ਹੋਵੇ ਉਹਨੂੰ ਪਤਾ ਹੈ ਬੜੀ ਸਵੀਅਰ ਪੇਨ ਹੁੰਦੀ ਜੇ। ਕਈ ਵਾਰੀ ਬੈਠਣਾ ਮੁਸ਼ਕਿਲ ਹੋ ਜਾਂਦਾ, ਕਈ ਵਾਰੀ ਚੱਲਣ ਨਾਲ ਠੀਕ ਹੋ ਜਾਂਦੀ, ਕਈ ਵਾਰੀ ਚੱਲਣਾ ਮੁਸ਼ਕਿਲ ਹੋ ਜਾਂਦਾ, ਕਿਉਂਕਿ ਜਦੋਂ ਕੰਪਰੈਸ਼ਨ ਹੋਣੀ ਕੋਈ ਪਤਾ ਨਹੀਂ। ਕਾਰਨਾਂ ਦੇ ਵਿੱਚ ਕੋਈ ਸੱਟ ਕਿਸੇ ਨੂੰ ਲੱਗੀ ਹੋਵੇ, ਕੋਈ ਫਾਲ ਹੋਈ ਹੋਵੇ, ਕਈ ਵਾਰੀ ਆਪਾਂ ਸਨੋ 'ਚ ਗਿਰ ਜਾਂਦੇ, ਕਈ ਵਾਰੀ ਉਚਾਈ ਤੋਂ ਗਿਰ ਜਾਂਦੇ ਹਾਂ, ਕਈ ਵਾਰੀ ਕੋਈ ਬਹੁਤ ਹੈਵੀ ਲਿਫਟਿੰਗ ਕਰ ਲਈ, ਬਹੁਤ ਭਾਰ ਚੁੱਕ ਲਿਆ, ਚੁੱਕ ਪੈ ਗਈ ਜਿਹਨੂੰ ਕਹਿੰਦੇ ਆ, ਕਿਉਂਕਿ ਨਰਵ ਕੰਪਰੈਸ ਹੋ ਗਈ। ਕਈ ਵਾਰੀ ਕਿਉਂਕਿ ਚੂਲਾ ਹੈ ਨਾ ਜਿੱਥੇ ਆਪਾਂ ਬਹਿੰਦੇ ਹਾਂ ਉਹਦੇ ਥੱਲੇ ਜੋ ਆਉਂਦੀ ਹੈ, ਇਸ ਕਰਕੇ ਜਿੱਦਾਂ ਕਈ ਵਾਰੀ ਟਰੱਕ ਡਰਾਈਵਰਸ ਨੂੰ ਜਾਂ ਬਹੁਤ ਜ਼ਿਆਦਾ ਲੌਂਗ ਸਿਟਿੰਗ, ਇਸੇ ਕਰਕੇ ਕਹੀਦਾ ਕਿ ਜਿਹੜੇ ਲੋਕ ਡਰਾਈਵ ਕਰਦੇ ਨੇ ਵਿੱਚ ਕਿਸੇ ਵੇਲੇ ਮੂਵ ਕਰ ਲੈਣ, ਲੱਤ ਨੂੰ ਪਟਕ ਲੈਣ, ਛਟਕ ਲੈਣ, ਮਤਲਬ ਕਿ ਬਲੱਡ ਸਪਲਾਈ ਚੱਲ ਪਵੇ। ਜੇ ਸ਼ਿਆਟਿਕਾ ਨਰਵ ਕੰਪਰੈਸ ਹੋ ਜਾਏ, ਬੈਕ ਪੇਨ ਹੋਣੀ ਹੈ, ਫਿਰ ਲੱਤ ਨੂੰ ਜਾਣੀ ਹੈ। ਇਹ ਇਹਦੀ ਸਿੰਪਟਮਸ ਹੁੰਦੇ। ਪਹਿਲਾਂ ਲੋਅਰ ਬੈਕ 'ਚ ਪੇਨ ਹੋਏਗੀ L4 L5। ਇਸ ਤੋਂ ਪਹਿਲਾਂ ਕਿ ਤੁਹਾਡੇ ਡਾਕਟਰ ਸਿੱਧਾ ਸਰਜਰੀ ਕਰਨ, ਮੇਰੀ ਹਰ ਐਪੀਸੋਡ 'ਚ ਕੋਸ਼ਿਸ਼ ਹੁੰਦੀ ਹੈ ਕਿ ਸਰਜਰੀ ਤੋਂ ਬਚੇ। ਔਰ ਜਿੱਦਾਂ ਮੈਂ ਸਟਾਰਟ ਕਿਹਾ ਸੀ, ਅਸੀਂ ਪੁਰਾਣੇ ਜ਼ਮਾਨੇ 'ਚ ਇਹ ਸੋਚਦੇ ਸੀ ਵੀ 40-50 ਸਾਲ ਤੋਂ ਬਾਅਦ ਲੋਕਾਂ ਨੂੰ ਹੁੰਦੀ, ਪਰ ਅੱਜ ਕੱਲ੍ਹ ਮੈਂ ਹੈਰਾਨ ਹਾਂ ਕਿ 25-25 30-30 ਸਾਲ ਦੇ ਮੁੰਡੇ ਔਰ ਯੰਗ ਮੁੰਡਿਆਂ ਨੂੰ ਵੀ ਸ਼ਿਆਟਿਕਾ ਦੀ ਰੀਹ ਦੀ ਦਰਦ ਬਹੁਤ ਕਾਮਨ ਹੈ। ਔਰ ਇਹਦੇ ਲਈ ਵੀ ਕੋਈ ਨਾ ਕੋਈ ਨੁਸਖਾ ਤੁਹਾਨੂੰ ਦੱਸਾਂਗੇ, ਜੇ ਨਾਲ ਮੈਂ ਆਰਥਰਾਈਟਸ ਬਾਰੇ ਵੀ ਗੱਲ ਕਰਾਂਗੇ ਵੀ ਦਰਦਾਂ ਤੋਂ ਵੀ ਛੁਟਕਾਰਾ ਕਿੱਦਾਂ ਪਾਉਣਾ। ਫਿਰ ਸ਼ਿਆਟਿਕਾ ਦੇ ਲਈ ਦਰਦਾਂ ਦੀ ਦਵਾਈਆਂ ਤਾਂ ਤੁਸੀਂ ਸਾਰੀ ਦੁਨੀਆ ਖਾਂਦੀ ਵੀ, ਦਰਦਾਂ ਦੀ ਬਰੂਫਿਨ ਖਾ ਲਈ, ਨੈਪਰੋਕਸਨ ਖਾ ਲਈ, ਇੰਡੋਮੀਥਾਸਿਨ ਖਾ ਲਈ ਹੈ, ਔਰ ਜਿੰਨੀਆਂ ਦਰਦਾਂ ਦੀਆਂ ਦਵਾਈਆਂ ਫਿਰ ਉਹਨਾਂ ਦੇ ਸਾਈਡ ਇਫੈਕਟ। ਔਰ ਮੇਰੇ ਲੱਖਾਂ ਐਪੀਸੋਡਸ ਮੈਂ ਹਮੇਸ਼ਾ ਦੱਸਿਆ ਕਿ ਦਰਦਾਂ ਦੀ ਦਵਾਈਆਂ ਭਾਵੇਂ ਕਈ ਦੇ ਬਹੁਤ ਸਾਈਡ ਇਫੈਕਟ ਨੇ, ਕਈ ਬਹੁਤ ਕੌਂਸਟੀਪੇਸ਼ਨ ਕਰਦੀਆਂ, ਭਾਵੇਂ ਟ੍ਰੈਮਾਡੋਲ ਲੈ ਲਓ, ਭਾਵੇਂ ਆਕਸੀਕੋਡਨ ਲੈ ਲਓ, ਗਾਬਾਪੈਂਟਿਨ ਲੈ ਲਓ। ਫਿਰ ਦਰਦਾਂ ਦੀਆਂ ਦਵਾਈਆਂ ਜ਼ਿਆਦਾ ਦੇਰ ਲੰਬੇ ਸਮੇਂ ਤੱਕ ਖਾਂਦੇ ਹੌਲੀ ਬਲੱਡ ਪ੍ਰੈਸ਼ਰ ਵੱਧ ਜਾਂਦਾ, ਜਿਹਦੇ ਕਰਕੇ ਕਈ ਐਪੀਸੋਡ 'ਚ ਮੈਂ ਦੱਸਿਆ ਕਿ NSAID non steroidal anti-inflammatory drugs, if you go on taking for a longer period, it causes raise of the blood pressure। और लंबा समा
ਦਰਦਾਂ ਦੀਆਂ ਦਵਾਈਆਂ ਖਾਂਦੇ ਖਾਂਦੇ ਲੋਕਾਂ ਦੇ ਬਲੱਡ ਪ੍ਰੈਸ਼ਰ ਵੱਧ ਜਾਂਦੇ। ਕਿੰਨੀਆਂ ਲੇਡੀਜ਼ ਬਰੂਫੈਨ ਦੀ ਗੋਲੀ 800 ਮਿਲੀਗ੍ਰਾਮ ਦੀ 3 ਵਾਰੀ ਖਾ ਚੁੱਕੇ। ਕਿੰਨੇ ਸਾਈਡ ਇਫੈਕਟ? ਪਹਿਲਾਂ ਤਾਂ ਉਹਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਣਾ, ਦੂਸਰਾ ਉਹਦੇ ਨਾਲ ਕਬਜ਼ ਹੋ ਜਾਣੀ, ਤੀਸਰਾ ਉਹਦੇ ਨਾਲ ਐਸਿਡਿਟੀ ਹੋ ਜਾਣੀ। ਇਸੇ ਕਰਕੇ ਤੁਹਾਨੂੰ ਹਮੇਸ਼ਾ ਹੀ ਨਾਲ ਓਮਪਰਾਜ਼ੋਲ ਦਿੰਦੇ ਆ। ਐਂਟੀ ਐਸਿਡ ਕਿਉਂ ਦਿੰਦੇ ਆ? ਕਿ ਦਰਦਾਂ ਦੀ ਕੋਈ ਦਵਾਈ, ਭਾਵੇਂ ਪੈਰਾਸੀਟਾਮੋਲ ਲੈ ਲਓ, ਐਸਟੋਮਾਈਨੋਫੈਨ ਲੈ ਲਓ, ਭਾਵੇਂ ਟਾਇਲੀਨੋਲ ਲੈ ਲਓ, ਜਿੰਨੀਆਂ ਦਰਦਾਂ ਦੀਆਂ ਦਵਾਈਆਂ ਜੇ ਲਗਾਤਾਰ ਲੰਬੇ ਅਰਸੇ ਖਾਂਦੇ ਰਹੀਏ ਤੇ ਉਹਨਾਂ ਦੇ ਨਾਲ ਸਟੋਮਕ ਦੀ ਲਾਈਨਿੰਗ ਖਰਾਬ ਹੋ ਜਾਂਦੀ, ਐਸਿਡਿਟੀ ਹੁੰਦੀ, ਤੇਜ਼ਾਬੀ ਮਾਦਾ ਵੱਧ ਜਾਂਦੀ ਹੈ, ਐਸਿਡ ਬਣਨ ਲੱਗਦਾ, ਐਸਿਡਿਟੀ ਹੋ ਜਾਂਦੀ ਹੈ, ਗੈਸ ਹੋ ਜਾਂਦੀ ਹੈ। ਇਸ ਕਰਕੇ ਠੀਕ ਹੈ, ਐਮਰਜੈਂਸੀ 'ਚ ਦਰਦ ਦੀ ਦਵਾਈ ਜ਼ਰੂਰ ਖਾਓ। ਔਰ ਨਹੀਂ ਤੇ ਕੀ ਕਰਨਾ, ਉਹਨਾਂ ਨੇ ਡਾਕਟਰਸ ਨੇ ਤੁਹਾਡੀ L4 L5 ਦੇ ਵਿੱਚੋਂ ਇੱਕ ਦੀ ਡਿਸਕ ਨੂੰ ਕੱਢ ਦੇਣਾ। ਹਰਨੀਏਟਡ ਡਿਸਕ ਹੋਵੇ, ਸ਼ਿਆਟਿਕਾ ਪ੍ਰੋਬਲਮ ਹੋਵੇ, ਸਰਜਰੀ ਕਰਕੇ ਛੋਟੀ ਜਿਹੀ ਡਿਸਕ ਕੱਢ ਦਿੰਦੇ ਆ। ਉਹਦੇ ਬਾਵਜੂਦ ਵੀ ਕਈ ਵਾਰੀ ਦੇਖਿਆ ਆਪਰੇਸ਼ਨ ਤੋਂ ਬਾਅਦ ਵੀ ਪ੍ਰੋਬਲਮ ਆ ਜਾਂਦੀ ਹੈ। ਸੋ ਤੁਸੀਂ ਕੀ ਕਰਨਾ ਹੁੰਦਾ ਸਿਰਫ ਸ਼ਿਆਟਿਕਾ ਲਈ? ਸ਼ਿਆਟਿਕਾ ਦੇ ਲਈ ਜ਼ਿਆਦਾ ਤੇ ਹੈਵੀ ਲਿਫਟਿੰਗ ਨਹੀਂ ਕਰਨੀ, ਟੂ ਮਚ ਬੈਂਡਿੰਗ ਨਹੀਂ ਕਰਨੀ, ਲੌਂਗ ਸਟੈਂਡਿੰਗ ਨਹੀਂ ਕਰਨੀ, ਲੌਂਗ ਸਿਟਿੰਗ ਨਹੀਂ ਕਰਨੀ, ਮਲਟੀਵਿਟਾਮਿਨ ਖਾਓ, ਅੱਛੀ ਡਾਈਟ ਖਾਓ, ਡਾਈਟ ਦਾ ਕੋਈ ਪਰਹੇਜ਼ ਨਹੀਂ। ਔਰ ਦਰਦਾਂ ਦੀ ਦਵਾਈਆਂ ਖਾਣ ਤੋਂ, ਜਿੱਦਾਂ ਮੈਂ ਦਰਦਾਂ ਦੇ ਟੋਟਕੇ, ਸਾਡੇ ਕੋਲੋਂ ਜਿਹੜੀਆਂ ਕਰੀਮਾਂ ਜਾਂਦੀਆਂ, ਇਸੇ ਤਰ੍ਹਾਂ ਹੀ ਐਲੋਵੇਰਾ ਜੂਸ ਲੈ ਲਓ, ਐਲੋਵੇਰਾ ਕਰੀਮ ਲੈ ਲਓ, ਯੂਕਲਿਪਟਸ ਕਰੀਮ ਲੈ ਲਓ, ਇਹਨਾਂ ਚੀਜ਼ਾਂ ਦੇ ਕੋਈ ਸਾਈਡ ਇਫੈਕਟ ਨਹੀਂ। ਔਰ ਦਰਦਾਂ ਦੇ ਲਈ ਵੀ ਤੁਹਾਨੂੰ ਅੱਜ ਕੋਈ ਦੇਸੀ ਨੁਸਖਾ ਦੱਸਾਂਗੇ ਜਿਹੜਾ ਤੁਸੀਂ ਆਪਣੇ ਆਪ ਘਰ ਪ੍ਰਪੇਅਰ ਕਰ ਸਕਦੇ ਹੋ, ਜਿੱਦਾਂ ਆਪਾਂ ਸ਼ੂਗਰ ਬਾਰੇ ਦੱਸਿਆ ਪਹਿਲਾਂ। ਇਹਦੇ ਨਾਲ ਹੀ ਸ਼ਿਆਟਿਕਾ ਦੇ ਮੈਂ ਗੱਲ ਫਿਰ ਕਰ ਲਵਾਂ, ਆਰਥਰਾਈਟਸ, ਗੋਡਾ ਦਰਦ, ਮੋਢਾ ਦਰਦ, और रियूमेटॉइड आर्थराइटिस, ऑस्टियोआर्थराइटिस, ऑस्टियोपीनिया, ऑस्टियोमलेशिया, हड्डियां खुर जांदियां। कई बारी गोडा दर्द की जिहड़ी गल मैं कई एपीसोड अज तक कर चुकिया। अजकल बहुत कॉमन ये चीज़ है भी नी रिप्लेसमेंट। जिन्हां दे गोडे कोई 40-50 साल तो ज़्यादा झड़ गए है, कार्टिलेज खत्म हो गया, सेलुलर फ्लूइड खत्म हो गया, लिगामेंट टीयर हो गया, ACL टीयर हो गया, मनिस्कस टीयर हो गया, हड्डियां बहुत खुर गई, फिर तो सर्जरी करा नहीं तो चलो मेरा ख्याल है 2-4 मिनट रह गए तो नुस्खा कोई दस दईए तुहानूं जांदी वारी, जिहड़ा शियाटिका च भी काम आएगा, आर्थराइटिस भी काम आएगा। इस तो पहलां तुहानूं इन्ना दसदा, जे किसी नूं भावें गाउटी आर्थराइटिस है, भावें रियूमेटॉइड आर्थराइटिस है, दवाई देसी। गोडियां ते सोज होवे, गोडियां च जिन्नी मर्जी दर्द होवे, झरन झरन हुंदी होवे, दवाई देसी घर बैठे। नुस्खा की देखो, 2 तरह का तेल है, भावें ले लो सरों का तेल, भावें ले लो तिलों का तेल। तिलों का तेल सरों के तेल नालों भी थोड़ा अच्छा समझ आता। तिलों का तेल तुसी सपोज करो एक बाउल या एक कौली गर्म करके रख लो, ਉਹਦੇ ਵਿੱਚ ਭਾਵੇਂ ਪਹਿਲਾਂ ਨਾ ਵੀ ਗਰਮ ਕਰੋ, ਤਿਲਾਂ ਦਾ ਤੇਲ ਲੈ ਲਓ ਇੱਕ ਕੌਲੀ, ਉਹਦੇ ਵਿੱਚ ਮੋਸ਼ ਕਪੂਰ, ਜਿਹਨੂੰ ਆਪਾਂ ਨੇ ਕਪੂਰ ਦੀਆਂ 2 ਟਿੱਕੀਆਂ, डिपेंड करता जे ज़्यादा बॉल वड्डा तो 3 टिक्कियां पा लो, जो छोटी कौली है डिपेंड करता भी तुसी तेल किन्ना क बना रहे हो। समझो भी 1 कप जे तेल ले लिया तो ਉਹਦੇ 'ਚ ਭਾਵੇਂ 2 ਟਿੱਕੀਆਂ ਪਾ ਲਈਆਂ ਕਪੂਰ ਦੀਆਂ। ਜਿਹੜੀਆਂ ਟਿੱਕੀਆਂ ਪਾਣੀਆਂ ਭੋਰ ਕੇ ਤੁਸੀਂ ਆਪਣੇ ਹੱਥ ਦੇ ਨਾਲ ਉਹਨੂੰ ਇਸੇ ਤਰ੍ਹਾਂ ਹੱਥ ਦੇ ਨਾਲ ਮਸਲ ਦੇਣਾ। ਮਸਲ ਕੇ ਕਪੂਰ ਰਸ ਨੂੰ ਜਦੋਂ ਹੱਥ ਨਾਲ ਮਸਲੋਗੇ, ਉਹ ਜਿਹੜੀ ਟਿੱਕੀ ਹੈ ਉਹ ਤੇਲ ਦੇ ਵਿੱਚ ਘੁਲ ਜਾਏਗੀ। ਇਹਨੂੰ ਚੰਗੀ ਤਰ੍ਹਾਂ ਖੋਰ ਕੇ ਘੋਰ ਕੇ, 2 ही चीज़ां, किड्डा सौखा तेल है, बड़े आराम नाल तुसीं घर बना सकते हो। तेलों के तेल च कपूर की टिक्की, इनू रख दो धुप्पे, थोड़ी देर धुप्पे रहन दे नाल, क्योंकि धुप च सनलाइट च विटामिन डी वो भी आर्थराइटिस भी फायदा करेगा। वो मिक्स करके तुसीं फिर रख लो और रोज़ बेशक धुप्पे थोड़ी देर रख के, और जिथे जिथे दर्द है, गोडियां ते दर्द है जां शियाटिका ते जां बैक पेन है, ਉਹਨੂੰ ਤੁਸੀਂ ਉੱਥੇ ਮਲੋ, ਹੱਥਾਂ ਤੇ ਮਲ ਕੇ ਤੇਲ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਕਰਕੇ ਉਹਦੀ ਮਾਲਿਸ਼ ਕਰਨੀ ਹੈ। ਦਰਦਾਂ ਗਾਇਬ। ਘਰ ਬੈਠੇ ਤੁਹਾਨੂੰ ਨੁਸਖਾ ਦੱਸਿਆ ਸ਼ੂਗਰ ਦਾ, ਘਰ ਬੈਠੇ ਦੱਸਿਆ ਦਰਦਾਂ ਦਾ। ਸੋ ਪਿਆਰੇ ਦਰਸ਼ਕੋ, ਜਿੰਨਾ ਕੁ ਟਾਈਮ ਸੀ, ਮੇਰਾ ਖਿਆਲ ਹੈ ਮੇਰਾ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ। ਤੁਹਾਡੇ ਸਾਰੇ ਦੇਖਣ ਵਾਲੇ ਸੁਣਨ ਵਾਲੇ ਦਾ ਥੈਂਕ ਯੂ ਕਰਦਾ। ਤੁਹਾਨੂੰ ਯਾਦ ਕਰਾਂਦਾ ਕਿ ਭਾਵੇਂ ਮਰਦਾਨਾ ਤਾਕਤ ਦੀ ਕਮਜ਼ੋਰੀ ਹੈ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਕੋਲੈਸਟਰੋਲ ਹੈ, ਦਰਦ ਹੈ, ਗਾਊਟੀ ਆਰਥਰਾਈਟਸ ਹੈ, ਰਿਊਮੇਟॉइड ਆਰਥਰਾਈਟਸ ਹੈ ਜਾਂ शियाटिका, मेरे नंबर स्क्रीन पर आ रहे हैं, कॉल करके मैसेज छोड़ो, ਤੁਹਾਨੂੰ ਘਰ बैठे दवाई मिल जाएगी। थैंक यू।